ਹੈਲੋ ਦੋਸਤੋ, ਪੰਜਾਬ ਨੌਲੇਜ ਹੱਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਕਰਾਂਗੇ ਖੇਤੀਬਾੜੀ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਜੋ ਕਿ ਪੰਜਾਬ ਦੇ ਆਉਣ ਵਾਲੇ ਸਾਰੇ ਹੀ ਐਗਜ਼ਾਮਸ ਵਾਸਤੇ ਮਹੱਤਵਪੂਰਨ ਨੇ। ਸੋ ਦੋਸਤੋ, ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਤਾਂ ਦੋਸਤੋ, ਸਭ ਤੋਂ ਪਹਿਲਾ ਕੁਐਸਚਨ ਹੈ ਜੀ ਜਿਹੜਾ ਆਪਣਾ ਹੈ ਉਹ ਹੈ ਜੀ, ਡਰਾਈ ਫਾਰਮਿੰਗ ਇਨ ਇੰਡੀਆ ਇਜ਼ ਐਕਸਟੈਂਸਿਵਲੀ ਪ੍ਰੈਕਟਾਈਜ਼ਡ ਇਨ। ਭਾਰਤ ਵਿੱਚ ਡਰਾਈ ਖੇਤੀ ਦਾ ਵੱਡੇ ਪੱਧਰ ਤੇ ਅਭਿਆਸ ਕਿੱਥੇ ਕੀਤਾ ਜਾਂਦਾ ਹੈ। ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਗਿਆ ਜੀ। ਤਾਂ ਉਹ ਕੀਤਾ ਜਾਂਦਾ ਹੈ ਜੀ ਡੈਕਨ ਰੀਜਨ 'ਚ। ਡਰਾਈ ਫਾਰਮਿੰਗ ਹੁੰਦੀ ਕੀ ਹੈ ਜੀ? ਡਰਾਈ ਫਾਰਮਿੰਗ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਹੁੰਦੀ ਕੀ ਹੈ ਜੀ? ਡਰਾਈ ਫਾਰਮਿੰਗ ਹੁੰਦੀ ਹੈ ਵੀ ਅਸੀਂ ਫਸਲਾਂ ਪੈਦਾ ਕਰਨੀਆਂ ਨੇ, ਪ੍ਰੋਡਕਸ਼ਨ ਆਫ ਕ੍ਰੌਪ ਵਿਦਾਊਟ ਇਰੀਗੇਸ਼ਨ। ਇਰੀਗੇਸ਼ਨ ਕਿਸੇ ਵੀ ਪ੍ਰਕਾਰ ਦੇ ਅਸੀਂ ਉਸ ਨੂੰ ਪਾਣੀ ਨਹੀਂ ਦੇਣਾ, ਠੀਕ ਹੈ ਜੀ। ਜਿੱਥੇ ਐਨੂਅਲ ਰੇਨਫਾਲ ਮਤਲਬ ਕਿ ਜਿੱਥੇ ਵਰਖਾ ਹੁੰਦੀ ਹੈ ਜੋ ਉਹ 750 ਮਿਲੀਮੀਟਰ ਤੋਂ ਘੱਟ ਹੈ। ਐਨੂਅਲ ਰੇਨਫਾਲ ਹੈ ਜਿਹੜਾ ਉਹ 750 ਮਿਲੀਮੀਟਰ ਤੋਂ ਘੱਟ ਹੈ। ਉੱਥੇ ਅਸੀਂ ਕੀ ਕਰਦੇ ਹਾਂ ਜੀ? ਡਰਾਈ ਫਾਰਮਿੰਗ ਪ੍ਰੋਡਿਊਸ ਕਰਦੇ ਹਾਂ, ਡਰਾਈ ਫਾਰਮਿੰਗ ਦੀ ਪ੍ਰੈਕਟਿਸ ਕਰਦੇ ਹਾਂ। ਗਰੋਇੰਗ ਸੀਜ਼ਨ ਹੈ ਜੀ ਜਿਹੜਾ ਫਸਲ ਦਾ ਉਹ 200 ਦਿਨਾਂ ਤੋਂ ਘੱਟ ਹੁੰਦਾ, ਮਤਲਬ ਕਿ 200 ਦਿਨਾਂ ਤੋਂ ਘੱਟ 'ਚ ਹੀ ਸਾਡੀ ਫਸਲ ਤਿਆਰ ਹੋ ਜਾਂਦੀ ਹੈ ਡਰਾਈ ਫਾਰਮਿੰਗ 'ਚ, ਠੀਕ ਹੈ ਜੀ। अगला क्वेश्चन है जी दूजा क्वेश्चन है जी, दी डिजायर्ड वैरायटीज ऑफ इकोनॉमिकली यूजफुल क्रॉप रेज्ड बाय। ठीक है जी, पंजाबी च देख लेंदे हैं जी क्वेश्चन नु। आर्थिक तौर ते लाभदायक फसलां दियां लोड़ींदियां किस्मां, आर्थिक तौर ते लाभदायक फसलां दियां लोड़ींदियां किस्मां किस द्वारा तैयार कीतियां जांदियां जां उगाईयां जांदियां हन? तां ओह उगाईयां जांदियां ने जी हाइब्रिडाइजेशन द्वारा। ठीक है जी, किस द्वारा उगाई जांदियां ने? हाइब्रिडाइजेशन द्वारा वो उगाई जांदियां ने, ठीक है जी। डिजायर्ड वैरायटी हाइब्रिडाइजेशन हुंदी की है जी? हुण असी दो तरह की स्पीसीज लई, उन्हां नूं मिलाया, दो तरह की किसी भी चीज की वैरायटियां लईआं, उन्हां दोवां नूं मिलाया ते उन्हां तो एक नवीं वैरायटी तैयार कर लई। जिवें कि तुहानूं सब नूं अजकल देखण च मिलदा है हाइब्रिड अमरूद आंदे ने, ठीक है जी। अंब दी बहुत सारियां वैरायटियां आंदियां ने। वो की है जी, दो किस्मां नूं मिला के एक नवीं किस्म तैयार करना, वो हुंदी है जी हाइब्रिडाइजेशन। अगला क्वेश्चन जी, बहुत बार एग्जाम च पूछा गया है जी ये क्वेश्चन। द मैक्सिकन ड्वार्फ व्हीट वैरायटी किस द्वारा, द मैक्सिकन ड्वार्फ व्हीट वैरायटी वाज डेवलप्ड बाय। ठीक है जी, मैक्सिकन ड्वार्फ कणक दी किस्म ਨੂੰ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਜੀ ਸੀ ਐਨ ਈ ਬੋਰਲਾਫ ਦੁਆਰਾ ਮੈਕਸੀਕਨ ਡਵਾਰਫ ਕਣਕ ਦੀ ਕਿਸਮ ਨੂੰ ਵਿਕਸਿਤ ਕੀਤਾ ਗਿਆ ਸੀ। ਚੌਥਾ ਕੁਐਸਚਨ ਹੈ ਜੀ, growing of two or more crops simultaneously on the same piece of land is called as। ਇੱਕੋ ਜ਼ਮੀਨ ਦੇ ਟੁਕੜੇ ਤੇ ਇੱਕੋ ਸਮੇਂ ਵਿੱਚ ਦੋ ਜਾਂ ਵੱਧ ਫਸਲਾਂ ਦੇ ਉਗਾਉਣ ਨੂੰ ਕੀ ਕਿਹਾ ਜਾਂਦਾ ਹੈ? ਦੋ ਜਾਂ ਵੱਧ ਫਸਲਾਂ ਦੇ ਉਗਾਉਣ ਨੂੰ ਕੀ ਕਿਹਾ ਜਾਂਦਾ ਹੈ? ਇੱਕੋ ਜ਼ਮੀਨ ਤੇ ਜਦੋਂ ਅਸੀਂ ਉਗਾਉਂਦੇ ਆ ਤਾਂ ਉਸ ਨੂੰ ਅਸੀਂ ਕਹਿੰਦੇ ਆ ਜੀ ਮਿਕਸਡ ਕ੍ਰੋਪਿੰਗ। ਮਿਕਸਡ ਕ੍ਰੋਪਿੰਗ ਹੁੰਦੀ ਕੀ ਹੈ ਜੀ? ਠੀਕ ਹੈ ਜੀ, ਮਿਕਸਡ ਕ੍ਰੋਪਿੰਗ ਦੀ ਡੈਫੀਨੇਸ਼ਨ ਅਸੀਂ ਇੱਥੇ ਦਿੱਤੀ ਹੋਈ ਹੈ। ਪੰਜਾਬੀ ਚ ਅਸੀਂ ਦੱਸ ਦਿੰਦੇ ਹਾਂ, ਮਿਕਸਡ ਕ੍ਰੋਪਿੰਗ ਹੁੰਦੀ ਹੈ ਜੀ ਅਸੀਂ ਇੱਕ ਜ਼ਮੀਨ ਦੇ ਟੁਕੜੇ ਤੇ ਦੋ ਤਰ੍ਹਾਂ ਦੀ कोई भी अपनी फसलां उगा दिंदे हैं। क्यों उगाते हैं जी? मिक्सड क्रॉपिंग असी बेसिकली उत्थे करते हैं जिथे सनलाइट न्यूट्रीएंट प्रॉपर तौर ते ना होण, ते साडा मेन फोकस मिक्सड क्रॉप च यह हुंदा है भी जिहड़ी जमीन है उस तो किसी एक तरह की फसल घट्टो घट्ट लई जा सके। मतलब कि जेकर असी दो तरह दीयां फसलां बीजदे हां तां उन्हां तो एक फसल घट्टो घट्ट लई जा सके। ठीक है जी, इसनूं तुसीं इंग्लिश च भी पढ़ सकते हो। देखो डेफिनेशन है जी इसकी, Mixed cropping is a very old cropping formula against crop failure due to abnormal weather condition। ਉਹੀ ਜੋ ਤੁਹਾਨੂੰ ਦੱਸਿਆ ਹੈ ਜੀ, ਇਹ ਕਹਿੰਦਾ ਮਿਕਸਡ ਕ੍ਰੋਪਿੰਗ ਇੱਕ ਫਾਰਮੂਲਾ ਹੈ। ਕ੍ਰੌਪ ਫੇਲੀਅਰ ਜੇ ਹੋ ਜਾਂਦਾ ਹੈ ਸਾਡਾ ਐਬਨੋਰਮਲ ਕਿਸੇ ਵੀ ਤਰ੍ਹਾਂ ਦੀ ਵਾਤਾਵਰਣ ਦੀ ਕੰਡੀਸ਼ਨਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ। crops are chosen in mixed cropping such a way no crop competes for resource like sunlight, nutrient, water, root pattern, crop duration। The main focus of the mixed cropping is to get produce from at least one crop। मतलब कि एक ਇਹ ਹੁੰਦਾ ਹੈ ਸਾਡਾ ਮੇਨ ਮੋਟਿਵ ਕਿ ਇੱਕ ਤਰ੍ਹਾਂ ਦੀ ਕੋਈ ਫਸਲ ਸਾਡੀ ਹੋ ਜਾਵੇ ਮਿਕਸਡ ਕ੍ਰੋਪਿੰਗ ਚ। ਅੱਗੇ ਪੰਜਵਾਂ ਕੁਐਸਚਨ ਹੈ ਜੀ, ਪੰਜਵਾਂ ਕੁਐਸਚਨ ਹੈ ਨੋਰਿਨ 10 ਜੀਨ ਫਰੋਮ ਜਾਪਾਨ ਇਜ਼ ਐਟ। ਜਾਪਾਨ ਤੋਂ ਨੋਰਿਨ 10 ਜੀਨ ਕੀ ਹੈ? ਤਾਂ ਇਹ ਹੈ ਜੀ ਡਵਾਰਫ ਜੀਨ। ਡਵਾਰਫ ਜੀਨ ਕਿਸ ਦਾ ਹੈ ਜੀ? ਵੀਟ ਦਾ। ਠੀਕ ਹੈ ਜੀ,
ਇਹ ਯਾਦ ਰੱਖਣਾ ਹੈ ਜੀ। ਨੋਰਿਨ 10 ਜੀਨ ਕੀ ਹੈ? ਡਵਾਰਫ ਜੀਨ ਹੈ ਵੀਟ ਦਾ। 6ਵਾਂ क्वेश्चन, कंपोस्टेड मैन्योर, ठीक है जी, इज प्रोड्यूस्ड फ्रॉम, कंपोस्ट खाद किस तो, इथे किस तो कर लेना जी, किस तो तैयार की हुंदी है? तां रोटन वेजिटेबल्स एंड एनिमल रिफ्यूज। कंपोस्ट खाद, खाद तो सबनों ही पता है जी, कंपोस्ट की डेफिनेशन दे रखी है, ए मिक्सचर ऑफ डिकेड और डिकाइंग ऑर्गेनिक मैटर यूज्ड टू फर्टिलाइज सॉइल। Compost is usually made by gathering plant material such as leaves, grass clipping and vegetable peels into a pile or a bin and letting it decompose as a result of the action of aerobic bacteria, fungi and other organisms। ਕੰਪੋਸਟ ਹੁੰਦੀ ਕੀ ਹੈ ਜੀ? ਬੇਸਿਕਲੀ ਜਿਵੇਂ ਕਿ ਪਿੰਡਾਂ 'ਚ ਜਿਹੜੇ ਖੇਤੀ ਕਰਦੇ ਨੇ, ਕੰਪੋਸਟ ਕੀ ਹੁੰਦੀ ਹੈ? ਜਿਵੇਂ ਸਾਡੇ ਘਰ 'ਚ ਫਲ ਫਰੂਟਾਂ ਦੇ ਛਿਲਕੇ ਬਚ ਜਾਂਦੇ ਨੇ ਤਾਂ ਅਸੀਂ ਉਸ ਨੂੰ ਜਾ ਕੇ ਰੂੜੀ ਤੇ ਸਿੱਟ ਆਉਂਦੇ ਆ। ਜਦੋਂ ਅਸੀਂ ਉਸ ਨੂੰ ਰੂੜੀ ਤੇ ਸਿੱਟ ਦਿੰਦੇ ਆ ਤਾਂ ਉਹ ਉੱਥੇ ਪਏ ਪਏ ਗਲ ਜਾਂਦੇ ਨੇ ਤੇ ਉੱਥੇ ਉਹ ਘੱਟੋ ਘੱਟ 2 ਜਾਂ 3 ਮਹੀਨੇ ਬਾਅਦ ਜਦੋਂ ਅਸੀਂ ਉੱਥੇ ਜਾਂਦੇ ਤਾਂ ਉੱਥੇ ਖਾਦ ਤਿਆਰ ਹੋ ਜਾਂਦੀ ਹੈ। ਉਸ ਨੂੰ ਅਸੀਂ ਕੀ ਕਹਿੰਦੇ ਆ ਜੀ? ਕੰਪੋਸਟ ਕਹਿੰਦੇ ਨੇ, ਜੋ ਕਿ ਫਿਰ ਅਸੀਂ ਖੇਤਾਂ ਵਿੱਚ ਪਾਉਂਦੇ ਆ, ਜੋ ਕਿ ਫਸਲਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। 7ਵਾਂ क्वेश्चन है जी, वाटर लॉगिंग ऑफ सॉइल मेक इट फिजियोलॉजिकल ड्राई बिकॉज। बहुत बार क्वेश्चन पूछा गया, वाटर लॉगिंग सॉइल ਨੂੰ ਫਿਜ਼ੀਕਲੀ ਡਰਾਈ ਬਣਾ ਦਿੰਦੀ ਹੈ, उससे कुछ नहीं ਹੁੰਦਾ। क्यों? क्योंकि उस ਜ਼ਮੀਨ 'ਚ ਜਿਹੜਾ ਕੈਪਿਲਰੀ ਫੋਰਸ ਹੈ ਉਹ ਕੀ ਹੁੰਦੀ ਹੈ? ਵਰਕ ਨਹੀਂ ਕਰਦੀ। ਕੈਪਿਲਰੀ ਫੋਰਸ ਕੀ ਹੁੰਦੀ ਹੈ ਜੀ? ਵਰਕ ਨਹੀਂ ਕਰਦੀ। ਵਾਟਰ ਲੌਗਿੰਗ ਹੁੰਦੀ ਕੀ ਹੈ ਜੀ? ਵਾਟਰ ਲੌਗਿੰਗ ਬੇਸਿਕਲੀ ਸੇਮ ਨੂੰ ਆਖਿਆ ਜਾਂਦਾ ਹੈ। ਕਈ ਥਾਵਾਂ ਤੇ ਸੇਮ ਵਾਲੀਆਂ ਜਗ੍ਹਾਵਾਂ ਸਾਡੇ ਪੰਜਾਬ 'ਚ ਵੀ ਨੇ ਜਿੱਥੇ ਵਾਟਰ ਲੌਗਿੰਗ ਮਤਲਬ ਕਿ ਸੇਮ ਬਹੁਤ ਜ਼ਿਆਦਾ ਹੈ, ਜਿਸ ਦੇ ਕਾਰਨ ਕਿਸੇ ਵੀ ਪ੍ਰਕਾਰ ਦੀ ਫਸਲ ਉੱਥੇ ਨਹੀਂ ਉੱਗ ਪਾਉਂਦੀ ਤੇ ਉਸ ਦੇ ਕਾਰਨ ਉਹ ਜਿਹੜੀ ਜ਼ਮੀਨ ਹੈ ਉਹ ਸਾਰੀ ਕੀ ਹੋਈ ਪਈ ਹੈ? ਬੰਜਰ ਹੋਈ ਪਈ ਹੈ। ਆਪਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ ਜੀ। ਵਾਟਰ ਲੌਗਿੰਗ ਦੀ ਜੋ ਡੈਫੀਨੇਸ਼ਨ ਅਸੀਂ ਪੜ੍ਹ ਰਹੇ ਹਾਂ ਉਹ ਹੈ ਜੀ, ਵਾਟਰ ਲੌਗਿੰਗ may be defined as rendering the soil unproductive, मतलब कि जिस तो ਅਸੀਂ कुछ भी प्रोड्यूस नहीं कर सकते, and infertile, जिस तो कुछ भी पैदा नहीं हो सकता, due to excessive moisture ज्यादा नमी आ गई, and creation of anaerobic condition। ठीक है जी, यह डेफिनेट। वाटर लॉगिंग is a form of natural flooding when underground water rises to surface level as a result of over irrigation मतलब कि वही गल है जी, सेम आ गई। ठीक है जी, तो वाटर लॉगिंग का यह बेसिकली यह डेफिनेशन है। चलते हैं जी अगले क्वेश्चन वाल। अगला क्वेश्चन है जी अपना 8वां क्वेश्चन है जी, बायो हर्बिसाइड्स हैव बीन रिकमेंडेड। जैविक जड़ियां दवाइयां की सिफारिश की गई है। ठीक है जी, क्यों कहते हैं जी बायो हर्बिसाइड्स यूज करो, जैविक जड़ियां बूटियां नाल बणियां दवाइयां यूज करो टू प्रिवेंट इको डिग्रेडेशन, वातावरण के पतन नूं रोकण लई। जे असीं दवाइयां जड़ी बूटियां नाल बणियां होईयां दवाइयां वरतांगे तां उसदा वातावरण ते बहुत घट असर होगा ते साडा वातावरण की होगा जी? सुरक्षित रहूगा। 9वां क्वेश्चन है जी, विच केमिकल इज यूज्ड फॉर causing defoliation of forest trees। तां यह केमिकल है जी 2,4-D ए केमिकल का नाम तुसी याद रखना है जी। 10वां क्वेश्चन, द प्रिंसिपल सैरल क्रॉप ऑफ इंडिया। प्रिंसिपल सैरल क्रॉप है जी राइस, चौल। प्रिंसिपल राइस क्रॉप की है जी? चौल। अगला क्वेश्चन जी 11वां क्वेश्चन, ग्रीन मैन्योर ऑफ प्लांट यूज्ड बाय फार्मर मेनली बिलोंग्स टू अ फैमिली। ठीक है जी, यह क्वेश्चन बहुत ज्यादा इंपॉर्टेंट है, बहुत एग्जाम च यह क्वेश्चन पूछा गया है, इंपॉर्टेंट क्वेश्चन है जी। किसानों द्वारा जिहड़ी वरती जाती है हरी खाद, ठीक है जी, वह मुख्य तौर पर किस परिवार नाल संबंधित है? तो वह किस परिवार नाल संबंधित है जी? लेगुमिनोसे परिवार नाल वह संबंधित है। किहड़े परिवार नाल? लेगुमिनोसे परिवार नाल वह संबंधित है, जिहड़ी हरी खाद खेतां च वरती जाती है। 12वां क्वेश्चन जी, A water fern which is used as green manure in rice field is। एक पानी का फरन जो कि चावल के खेत विच हरे खाद वजों वरत्या जाता है। यह क्वेश्चन भी पिछले तो पिछले बार एग्जाम च पूछा गया सी, यह भी इंपोर्टेंट है। तो वह फरन है जी अजोला।
ਅਜ਼ੋਲਾ ਦੀ ਡੈਫੀਨੇਸ਼ਨ ਤੁਹਾਨੂੰ ਨੀਚੇ ਦਿੱਤੀ ਹੋਈ ਹੈ ਜੀ। ਅਜ਼ੋਲਾ ਦੀ ਡੈਫੀਨੇਸ਼ਨ ਤੁਸੀਂ ਰੀਡ ਕਰ ਸਕਦੇ ਹੋ। ਡੈਫੀਨੇਸ਼ਨਾਂ ਮੇਨਲੀ ਤੁਹਾਡੇ ਸਮਝਣ ਵਾਸਤੇ ਨੇ ਤਾਂ ਕਿ ਤੁਸੀਂ ਇਹਨਾਂ ਨੂੰ ਈਜ਼ੀਲੀ ਅੰਡਰਸਟੂਡ ਕਰ ਸਕੋ। ਅਗਲਾ ਕੁਐਸਚਨ ਹੈ ਜੀ 13ਵਾਂ ਕੁਐਸਚਨ, ਵਿਚ ਐਲੀਮੈਂਟ ਇਜ਼ ਆਲਮੋਸਟ ਨॉन ਇਸੈਂਸ਼ੀਅਲ ਫॉर ਪਲਾਂਟ। ਤਾਂ ਉਹ ਹੈ ਜੀ ਕਿਹੜਾ ਤੱਤ ਪੌਦਿਆਂ ਲਈ ਲਗਭਗ ਗੈਰ ਜ਼ਰੂਰੀ ਹੈ, ਤਾਂ Na ਸੋਡੀਅਮ ਪੌਦਿਆਂ ਲਈ ਗੈਰ ਜ਼ਰੂਰੀ ਹੈ। 14ਵਾਂ ਕੁਐਸਚਨ ਜੀ, ਇਹ ਅਲੱਗ-ਅਲੱਗ ਤਰ੍ਹਾਂ ਦੇ ਕਾਫੀ ਸਬਸਟੈਂਸ ਨੇ ਜੀ, ਇਹ ਤਾਂ ਕੁਐਸਚਨ ਦੇ ਅਕੋਰਡਿੰਗ। 14ਵਾਂ ਕੁਐਸਚਨ, ਦ ਸਾਇੰਸ ਕੰਸਰਨਡ ਵਿਦ ਵੈਜੀਟੇਬਲ ਕਲਚਰ, ਸਬਜੀ ਸੱਭਿਆਚਾਰ ਨਾਲ ਸੰਬੰਧਿਤ ਵਿਗਿਆਨ ਨੂੰ ਕਿਹਾ ਕੀ ਜਾਂਦਾ ਹੈ ਜੀ। ਠੀਕ ਹੈ ਜੀ, ਜਿਹੜਾ ਵੈਜੀਟੇਬਲ ਕਲਚਰ ਨਾਲ ਸੰਬੰਧਿਤ ਸਾਇੰਸ ਆ ਉਸ ਨੂੰ ਕਹਿੰਦੇ ਆ ਜੀ ਅਸੀਂ ਓਲੈਰੀਕਲਚਰ। ਓਲੈਰੀਕਲਚਰ ਅਸੀਂ ਕਹਿੰਦੇ ਆ ਜੀ ਜਿਹੜੀ ਕਿ ਸਾਡੀ ਕੰਸਰਨਡ ਹੈ ਸਾਇੰਸ ਵੈਜੀਟੇਬਲ ਕਲਚਰ ਨਾਲ। ਓਲੈਰੀਕਲਚਰ ਹੁੰਦਾ ਕੀ ਹੈ ਜੀ? ਓਲੈਰੀਕਲਚਰ ਇਜ਼ ਦੀ ਸਾਇੰਸ ਆਫ ਵੈਜੀਟੇਬਲ ਗਰੋਇੰਗ ਡੀਲਿੰਗ ਵਿਦ ਦੀ ਕਲਚਰ ਆਫ ਨॉन ਵੁਡੀ ਪਲਾਂਟਸ ਫॉर ਫੂਡ। Olericulture is the production of plant for use of edible part। Olericulture ਦਾ ਮਤਲਬ ਕੀ ਹੈ ਜੀ? ਅਸੀਂ ਇਸ ਤਰ੍ਹਾਂ ਦੇ ਪੌਦੇ ਪੈਦਾ ਕਰੀਏ ਜਿਨ੍ਹਾਂ ਨੂੰ ਅਸੀਂ ਖਾ ਸਕਦੇ ਹਾਂ, ਉਹਨਾਂ ਦੀ ਪ੍ਰੋਡਕਸ਼ਨ ਨੂੰ ਕੀ ਕਿਹਾ ਜਾਂਦਾ ਹੈ ਜੀ? Olericulture। 15ਵਾਂ ਕੁਐਸਚਨ ਜੀ, which rice variety has vitamin A in sufficient amount। ਠੀਕ ਹੈ ਜੀ, ਕਿਸ ਚਾਵਲ ਦੀ ਕਿਸਮ ਵਿੱਚ ਵਿਟਾਮਿਨ ਏ ਦੀ ਮਾਤਰਾ ਘੱਟ ਹੁੰਦੀ ਹੈ? ਤਾਂ ਉਹ ਹੁੰਦੀ ਹੈ ਜੀ 골ਡਨ ਰਾਈਸ 'ਚ। 골ਡਨ ਰਾਈਸ 'ਚ ਕੀ ਹੁੰਦੀ ਹੈ ਜੀ? ਵਿਟਾਮਿਨ ਏ ਦੀ ਮਾਤਰਾ ਕੀ ਹੁੰਦੀ ਹੈ? ਘੱਟ ਹੁੰਦੀ ਹੈ। ਅਗਲਾ ਕੁਐਸਚਨ ਜੀ 16ਵਾਂ ਕੁਐਸਚਨ, ਜया पूसा सुगंधा कावेरी। जया पूसा सुगंधा कावेरी आर दी वैरायटीज ऑफ राइस। ਤਾਂ ਇਹ ਕਿਸ ਦੀ? ਚੌਲਾਂ ਦੀਆਂ ਕਿਸਮਾਂ ਨੇ ਜੀ ਇਹ। ਠੀਕ ਹੈ ਜੀ, ਚੌਲਾਂ ਦੀਆਂ ਕਿਸਮਾਂ ਨੇ, ਚੌਲਾਂ ਦੀ ਕਿਸਮਾਂ ਨੇ जया पूसा सुगंधा ਤੇ ਕਾਵੇਰੀ। 17ਵਾਂ ਕੁਐਸਚਨ, ਦ ਕੁਈਨ ਆਫ ਸੈਰਲਸ ਇਜ਼ ਕਾਲਡ। ਅਨਾਜ ਦੀ ਰਾਣੀ, ਤਾਂ ਉਹ ਕਿਹਾ ਜਾਂਦਾ ਹੈ ਜੀ ਮੱਕੀ ਨੂੰ। ਕੁਈਨ ਆਫ ਸੈਰਲ ਕਿਸ ਨੂੰ ਕਿਹਾ ਜਾਂਦਾ ਹੈ ਜੀ? ਮੱਕੀ ਨੂੰ ਕਿਹਾ ਜਾਂਦਾ ਹੈ। 18ਵਾਂ ਕੁਐਸਚਨ, ਦੀ ਗਰੋਥ ਆਫ ਪਲਾਂਟ ਇਜ਼ ਮੈਜ਼ਰਡ ਬਾय। ਪੌਦੇ ਦੇ ਵਾਧੇ ਨੂੰ ਕਿਸ ਦੁਆਰਾ ਮਾਪਿਆ ਜਾਂਦਾ ਹੈ? ਤਾਂ ਪੌਦੇ ਦੇ ਵਾਧੇ ਨੂੰ ਮਾਪਿਆ ਜਾਂਦਾ ਹੈ ਜੀ ਕ੍ਰੈਸਕੋਗ੍ਰਾਫ ਦੁਆਰਾ। ਕਿਸ ਦੁਆਰਾ ਮਾਪਿਆ ਜਾਂਦਾ ਹੈ ਜੀ? ਕ੍ਰੈਸਕੋਗ੍ਰਾਫ ਦੁਆਰਾ। ਕ੍ਰੈਸਕੋਗ੍ਰਾਫ ਹੁੰਦਾ ਕੀ ਹੈ ਜੀ? ਕ੍ਰੈਸਕੋਗ੍ਰਾਫ ਇਜ਼ ਡਿਫਾਈਨਡ is a device which is used for measuring the growth of plant। ਠੀਕ ਹੈ ਜੀ, ਜਿਹੜਾ ਪੌਦੇ ਦੀ ਕਿਸ ਨੂੰ ਮਾਪਦਾ, ਵਾਧੇ ਨੂੰ ਮਾਪਦਾ, ਉਸ ਨੂੰ ਕ੍ਰੈਸਕੋਗ੍ਰਾਫ ਅਸੀਂ ਕਹਿੰਦੇ ਹਾਂ। ਸਰ ਜਗਦੀਸ਼ ਚੰਦਰ ਬੋਸ ਜੋ ਕਿ ਇੱਕ ਇੰਡੀਅਨ ਬੋਟੈਨਿਸਟ ਸੀ ਤੇ ਬਾਇਓਲੋਜਿਸਟ ਸੀ, ਉਹਨਾਂ ਨੇ ਕੀ ਕੀਤਾ ਸੀ ਜੀ? ਕ੍ਰੈਸਕੋਗ੍ਰਾਫ ਨੂੰ ਇਨਵੈਂਟ ਕੀਤਾ ਜੀ। ਅਗਲਾ ਕੁਐਸਚਨ ਜੀ 19ਵਾਂ ਕੁਐਸਚਨ। 19ਵਾਂ ਕੁਐਸਚਨ ਹੈ ਜੀ, ਦੀ ਵਰਡ ਮੌਨਸੂਨ ਓਰੀਜਿਨੇਟਿਡ ਫਰੋਮ ਵਿਚ ਲੈਂਗੁਏਜ। ਇੰਪੋਰਟੈਂਟ ਕੁਐਸਚਨ ਹੈ ਜੀ ਇਹ। ਵਰਡ ਮੌਨਸੂਨ ਜਿਹੜਾ ਹੈ ਉਹ ਕਿੱਥੋਂ ਓਰੀਜਿਨੇਟ ਹੋਇਆ? ਤਾਂ ਉਹ ਅਰੇਬਿਕ ਭਾਸ਼ਾ ਵਿੱਚੋਂ ਸ਼ਬਦ ਮੌਨਸੂਨ ਸ਼ੁਰੂ ਹੋਇਆ ਜਾਂ ਉਤਪੰਨ ਹੋਇਆ। ਠੀਕ ਹੈ ਜੀ। 20ਵਾਂ ਕੁਐਸਚਨ, ਡ੍ਰਿਪ which was the first country to introduce drip irrigation system। ठीक है जी, drip irrigation system ਇਹ ਕੁਐਸਚਨ ਵੀ ਇੰਪੋਰਟੈਂਟ ਹੈ। ਡ੍ਰਿਪ ਸਿੰਚਾਈ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਸੀ? ਡ੍ਰਿਪ ਸਿੰਚਾਈ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਆਪਣਾ ਪਹਿਲਾ ਦੇਸ਼ ਸੀ ਜੀ ਇਜ਼ਰਾਈਲ। ਡ੍ਰਿਪ ਇਰੀਗੇਸ਼ਨ ਹੁੰਦੀ ਕੀ ਹੈ ਜੀ? ਡ੍ਰਿਪ ਇਰੀਗੇਸ਼ਨ ਇੱਕ ਤਰ੍ਹਾਂ ਦਾ ਸਾਡਾ ਕੀ ਹੈ? ਤਕਨੀਕ ਹੈ ਜਿਸ ਨਾਲ ਅਸੀਂ ਪਾਣੀ ਬਚਾ ਸਕਦੇ ਹਾਂ। ਪਾਣੀ ਕਿਵੇਂ ਬਚਾ ਸਕਦੇ ਹਾਂ ਜੀ? ਇਸ ਦੇ ਨਾਲ ਅਸੀਂ ਕੀ ਕਰਦੇ ਹਾਂ? ਪੌਦੇ ਦੀ ਜੜ੍ਹਾਂ ਨੂੰ ਹੀ ਡਾਇਰੈਕਟ ਪਾਣੀ ਦਿੰਦੇ ਹਾਂ ਤਾਂ ਕਿ ਸਾਡੀ ਇੱਕ ਤਾਂ ਇਵੈਪੋਰੇਸ਼ਨ ਘੱਟ ਹੋਵੇ, ਪਾਣੀ ਭਾਫ ਘੱਟ ਬਣੇ ਤੇ ਜਿਹੜਾ ਉਹ ਪਾਣੀ ਆ ਉਹ ਸਿੱਧਾ ਪੌਦੇ ਨੂੰ ਮਿਲ ਸਕੇ। ਠੀਕ ਹੈ ਜੀ। ਡ੍ਰਿਪ ਇਰੀਗੇਸ਼ਨ ਵਾਸਤੇ ਅਸੀਂ ਪਾਈਪਸ ਯੂਜ਼ ਕਰਦੇ ਹਾਂ, ਵਾਲਵਸ ਯੂਜ਼ ਕਰਦੇ ਹਾਂ, ਟਿਊਬਿੰਗ ਇਮੀਟਰ ਕਈ ਵਾਰ ਅਸੀਂ ਯੂਜ਼ ਕਰ ਲੈਂਦੇ ਹਾਂ। ਠੀਕ ਹੈ ਜੀ। ਡੈਫੀਨੇਸ਼ਨ ਦੇਖਦੇ ਹਾਂ ਜੀ ਡ੍ਰਿਪ ਇਰੀਗੇਸ਼ਨ ਦੀ ਕੀ ਕਹਿੰਦੀ ਹੈ। ਡ੍ਰਿਪ ਇਰੀਗੇਸ਼ਨ, drip irrigation is a type of micro irrigation, छोटी irrigation system that has potential to save water and nutrient by allowing water to drip slowly to the roots of plant either from above the soil surface or buried below the surface। ਕਹਿੰਦੇ ਜੀ ਡ੍ਰਿਪ ਇਰੀਗੇਸ਼ਨ ਇੱਕ ਇਹੋ ਜਿਹਾ ਸਿਸਟਮ ਹੈ ਜਿਸ ਨਾਲ ਅਸੀਂ ਪਾਣੀ ਸੇਵ ਕਰ ਸਕਦੇ ਹਾਂ, ਜਾਂ ਤਾਂ ਉੱਪਰੋਂ ਹੀ ਪੌਦੇ ਦੀ ਜੜ੍ਹਾਂ ਨੂੰ ਦੇ ਸਕਦੇ ਹਾਂ ਜਾਂ ਫਿਰ ਤਾਂ ਉਹਦੇ ਥੱਲੇ ਮਿੱਟੀ ਦੇ ਹੇਠਾਂ ਦੱਬ ਕੇ ਅਸੀਂ ਕੋਈ ਇਹੋ ਜਿਹਾ ਸਿਸਟਮ ਬਣਾ ਸਕਦੇ ਹਾਂ। ਮੇਨ ਗੋਲ ਕੀ ਹੁੰਦਾ ਹੈ ਕਿ ਪਾਣੀ ਹੈ ਜੋ ਡਾਇਰੈਕਟਲੀ ਰੂਟ 'ਚ ਚਲਾ ਜਾਵੇ ਤੇ ਉਹਦੀ ਇਵੈਪੋਰੇਸ਼ਨ ਘੱਟ ਹੋਵੇ। ਠੀਕ ਹੈ ਜੀ।
ਇਹ ਹੁੰਦਾ ਜੀ ਡ੍ਰਿਪ ਇਰੀਗੇਸ਼ਨ, ਡ੍ਰਿਪ ਸਿੰਚਾਈ ਪ੍ਰਣਾਲੀ ਜਿਸ ਨੂੰ ਅਸੀਂ ਕਹਿੰਦੇ ਆ। ਅਗਲਾ ਕੁਐਸਚਨ ਹੈ ਜੀ ਆਪਣਾ 21ਵਾਂ ਕੁਐਸਚਨ। 21ਵਾਂ ਕੁਐਸਚਨ ਹੈ ਜੀ ਪ੍ਰੋਪਿੰਗ ਸ਼ਬਦ ਕਿਸ ਨਾਲ ਜੁੜਿਆ ਹੋਇਆ ਹੈ? ਤਾਂ ਪ੍ਰੋਪਿੰਗ ਸ਼ਬਦ ਜੁੜਿਆ ਹੋਇਆ ਜੀ ਬਨਾਨਾ ਨਾਲ, ਕੇਲਿਆਂ ਨਾਲ ਜੁੜਿਆ ਹੋਇਆ ਹੈ ਜੀ। ਠੀਕ ਹੈ ਜੀ, ਕੇਲਿਆਂ ਨਾਲ ਜੁੜਿਆ ਹੋਇਆ ਪ੍ਰੋਪਿੰਗ ਸ਼ਬਦ। ਕੇਲਿਆਂ ਨਾਲ ਕਿਵੇਂ ਜੁੜਿਆ ਹੋਇਆ? ਪ੍ਰੋਪਿੰਗ ਹੁੰਦੀ ਕੀ ਹੈ ਜੀ? ਸਭ ਤੋਂ ਪਹਿਲਾਂ ਪ੍ਰੋਪਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ, ਪ੍ਰੋਪਿੰਗ ਕੀ ਹੁੰਦੀ ਹੈ। ਹੁਣ ਤੁਹਾਨੂੰ ਪਤਾ ਹੀ ਹੈ ਜੀ ਕੇਲੇ ਦਾ ਬੂਟਾ ਕਮਜ਼ੋਰ ਹੁੰਦਾ ਹੈ ਜਦੋਂ ਉਸ ਨੂੰ ਫਲ ਲੱਗਦਾ ਹੈ। ਜਦੋਂ ਕੇਲੇ ਦੇ ਬੂਟੇ ਨੂੰ ਕੇਲੇ ਲੱਗਣੇ ਸ਼ੁਰੂ ਹੁੰਦੇ ਨੇ ਤਾਂ ਉਹ ਉਹਨਾਂ ਦਾ ਬੋਝ ਨਹੀਂ ਸਾਰ ਸਕਦਾ, ਇਸ ਲਈ ਕੇਲੇ ਦੇ ਬੂਟੇ ਨੂੰ ਸਹਾਰਾ ਦੇਣ ਵਾਸਤੇ ਉਸਦੇ ਆਲੇ ਦਾਲੇ ਜਾਂ ਕਹਿ ਲਈਏ ਇੱਕ ਡੰਡਾ ਸਹਾਰੇ ਵਾਸਤੇ ਲਾ ਦਿੱਤਾ ਜਾਂਦਾ ਹੈ, ਜਿਹੜਾ ਕਿ ਉਸ ਪੌਦੇ ਨੂੰ ਸਹਾਰਾ ਦਿੰਦਾ ਹੈ। ਉਸ ਨੂੰ ਅਸੀਂ ਕੀ ਕਹਿੰਦੇ ਆ ਜੀ? ਪ੍ਰੋਪਿੰਗ ਕਹਿੰਦੇ ਆ। ਡੈਫੀਨੇਸ਼ਨ ਵੀ ਲਿਖੀ ਹੋਈ ਹੈ ਜੀ, ਐਨ ਆਬਜੈਕਟ ਪਲੇਸਡ ਬੈਨਥ ਔਰ ਅਗੇਂਸਟ ਏ ਸਟਰਕਚਰ ਟੂ ਕੀਪ ਇਟ ਫਰੋਮ ਫਾਲਿੰਗ ਔਰ ਸ਼ੇਕਿੰਗ, ਮਤਲਬ ਕਿ ਇੱਕ ਤਰ੍ਹਾਂ ਦੀ ਸਪੋਰਟ ਹੁੰਦੀ ਹੈ ਜੀ ਪ੍ਰੋਪਿੰਗ। 23ਵਾਂ ਕੁਐਸਚਨ, ਵਿਚ ਇਜ਼ ਦੀ ਵੈਰਾਈਟੀ ਆਫ ਰਾਈਸ ਟੋਲਰੈਂਸ ਟੂ ਆਇਰਨ ਟੌਕਸਿਸਿਟੀ? ਆਇਰਨ ਟੌਕਸਿਸਿਟੀ ਦੇ ਜਿਹੜੀ ਟੋਲਰੈਂਸ ਹੁੰਦੀ ਆ ਉਹ ਹੁੰਦੀ ਹੈ ਜੀ ਫਾਲਗੁਨਾ ਵੈਰਾਈਟੀ ਚ, ਚੌਲਾਂ ਦੀ ਫਾਲਗੁਨਾ ਵੈਰਾਈਟੀ ਚ। 23ਵਾਂ ਕੁਐਸਚਨ, ਦੀ ਰੀਕਲਾਮੇਸ਼ਨ ਡਿਸੀਜ਼ ਆਫ ਸੈਰਲਸ is caused by deficiency of? ਬਹੁਤ ਵਾਰ ਇਹ ਕੁਐਸਚਨ ਪੁੱਛਿਆ ਗਿਆ ਹੈ ਜੀ, ਜਿੱਥੇ ਵੀ ਐਗਰੀਕਲਚਰ ਦੇ ਪੁੱਛੇ ਗਏ ਨੇ। ਤਾਂ ਉਹ ਹੁੰਦੀ ਹੈ ਜੀ ਕਿਹਦੇ ਕਾਰਨ ਹੁੰਦੀ ਹੈ? ਕਾਪਰ ਕਾਰਨ, ਕਾਪਰ ਕਾਰਨ ਹੁੰਦੀ ਹੈ ਜੀ। ਅਗਲਾ ਕੁਐਸਚਨ 24ਵਾਂ ਕੁਐਸਚਨ। 24ਵਾਂ ਕੁਐਸਚਨ ਹੈ ਜੀ ਦੀ ਵੀਟ ਪ੍ਰੋਟੀਨ ਵਿਚ ਇਜ਼ ਐਸੈਂਸ਼ੀਅਲ ਫॉर ਗੁੱਡ ਬ੍ਰੈਡ ਐਂਡ ਚਪਾਤੀ ਮੇਕਿੰਗ। ਠੀਕ ਹੈ ਜੀ, ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਇਸ ਨੂੰ ਵੀ ਨੋਟ ਕਰਕੇ ਰੱਖਣਾ ਹੈ। ਕਹਿੰਦੇ ਜੀ ਕਣਕ ਦਾ ਉਹ ਪ੍ਰੋਟੀਨ, ਉਹ ਕਿਹੜਾ ਪ੍ਰੋਟੀਨ ਹੈ ਜੋ ਕਿ ਚੰਗੀ ਰੋਟੀ ਅਤੇ ਬ੍ਰੈਡ ਬਣਾਉਣ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਮਤਲਬ ਕਿ ਉਹ ਹੋਣਾ ਹੀ ਚਾਹੀਦਾ ਹੈ। ਤਾਂ ਉਹ ਹੁੰਦਾ ਹੈ ਜੀ ਗਲੂਟਨ, ਗਲੂਟਨ ਹੋਣਾ ਹੀ ਚਾਹੀਦਾ ਹੈ। ਠੀਕ ਹੈ ਜੀ। 25ਵਾਂ ਕੁਐਸਚਨ ਜੀ ਦੀ ਟ੍ਰਿਕਟਿਕਮ ਐਸਟੀਟੀਅਮ, ਠੀਕ ਹੈ ਜੀ, ਟ੍ਰਿਕਟਿਕਮ ਐਸਟੀਵਮ ਇਜ਼ ਦੀ ਬੋਟੈਨੀਕਲ ਨੇਮ ਆਫ? ਤਾਂ ਇਹ ਕਿਸ ਦਾ ਬੋਟੈਨੀਕਲ ਨੇਮ ਹੈ ਜੀ? ਕਾਮਨ ਬ੍ਰੈਡ ਜਾਂ ਫਿਰ ਵੀਟ ਦਾ। ਕਣਕ ਦਾ ਜਾਂ ਕਾਮਨ ਬ੍ਰੈਡ ਜਾਂ ਵੀਟ ਦਾ ਕੀ ਇਹ ਨਾਮ ਹੈ ਜੀ। ਠੀਕ ਹੈ ਜੀ ਦੋਸਤੋ, ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿਹੋ ਜਿਹੀ ਬਣੀ ਹੈ। ਤੇ ਦੋਸਤੋ ਨਵੀਆਂ ਸਟੱਡੀ ਰਿਲੇਟਿਡ ਵੀਡੀਓਜ਼ ਵਾਸਤੇ ਤੁਸੀਂ ਸਾਡੇ ਚੈਨਲ ਪੰਜਾਬ ਨੌਲੇਜ ਹੱਬ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ। ਦੋਸਤੋ ਡੇਲੀ ਜੀਕੇ, ਡੇਲੀ ਕਰੰਟ ਅਫੇਅਰਸ ਤੇ ਹਰ ਹਫਤੇ ਹੋਣ ਵਾਲੇ ਫ੍ਰੀ ਮੌਕ ਟੈਸਟ ਵਾਸਤੇ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਨੂੰ ਜੁਆਇਨ ਕਰਨ ਵਾਸਤੇ ਲਿੰਕ ਹੈ ਜੋ ਉਹ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਜਾਊਗਾ, तो ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ। ਥੈਂਕ ਯੂ।